ਵਿੱਚ ਹਰ ਤਰ੍ਹਾਂ ਦੇ ਨਸ਼ਿਆਂ ਜਿਵੇਂ ਮਦਰਾ, ਅਫੀਮ ਤੇ ਭੰਗ ਦੇ ਸੇਵਨ ਦਾ ਵਿਸਤਾਰਪੂਰਵਕ ਜ਼ਿਕਰ ਕੀਤਾ ਹੈ। ਸਿੱਖ ਸੰਗਤ ਮਨ ਦੀ ਸ਼ਾਂਤੀ ਚਾਹੁੰਦੀ ਹੈ, ਪਰ ਸਾਡੀ ਆਧੁਨਿਕ ਰਾਜਨੀਤਿਕ ਹਾਲਤ ਕਾਰਨ ਜੋ ਗੁਰਦੁਆਰਿਆਂ ਤੇ ਕਾਬਜ਼ ਹੈ, ਸਾਨੂੰ ਮਨ ਦੀ ਸ਼ਾਂਤੀ ਤੋਂ ਬਿਨਾਂ ਬਾਕੀ ਸਾਰਾ ਕੁਝ ਦਿੱਤਾ ਹੈ। ਸਿੱਖ ਧਰਮ ਵਿੱਚ ਭਗਤੀ ਅਤੇ ਸ਼ਕਤੀ, ਮੀਰੀ ਅਤੇ ਪੀਰੀ, ਸੰਸਾਰਕਤਾ ਅਤੇ ਅਧਿਆਤਮਿਕਤਾ ਨੂੰ ਇਕੱਠਾ ਕੀਤਾ ਹੈ, ਪਰ ਇਸ ਦੀ ਅਸੀਂ ਗਲਤ ਵਰਤੋਂ ਕਰ ਰਹੇ ਹਾਂ, ਕਿਉਂਕਿ ਪੀਰੀ ਨੇ ਮੀਰੀ ਕੋਲੋਂ ਅਗਵਾਈ ਲੈਣੀ ਹੈ ਜਾਂ ਭਗਤੀ ਨੇ ਸ਼ਕਤੀ ਦੇ ਅਧੀਨ ਹੋ ਕੇ ਚੱਲਣਾ ਹੈ, ਇਸ ਦੀ ਆਗਿਆ ਨਹੀਂ ਕੀਤੀ। ਰਾਜਨੀਤੀ ਨੂੰ ਇਹ ਆਗਿਆ ਨਹੀਂ ਹੈ ਕਿ ਉਹ ਧਰਮ ਨੂੰ ਅਗਵਾ ਕਰ ਲਵੇ ਤੇ ਆਪਣੇ ਸਵਾਰਥ ਲਈ ਵਰਤੇ। ਬੇਰੁਜ਼ਗਾਰੀ ਤੇ ਪੀਅਰ ਗਰੁੱਪ, ਇਹ ਵੀ ਇੱਕ ਫੈਕਟਰ ਹੈ ਨਸ਼ਿਆਂ ਵੱਲ ਜਾਣ ਦਾ। ਪੰਜਾਬ ਵਿੱਚ ਖੇਤੀ ਲਈ ਜ਼ਮੀਨ ਦਿਨੋਂ ਦਿਨ ਘਟ ਰਹੀ ਹੈ ਤੇ ਖੇਤੀ ਨਾਲ ਜੁੜੇ ਰੁਜ਼ਗਾਰਾਂ ਵਿੱਚ ਕਮੀ ਆ ਰਹੀ ਹੈ। ਪੜ੍ਹ ਲਿਖ ਕੇ ਵੀ ਨੌਕਰੀ ਨਹੀਂ ਮਿਲਦੀ। ਇਸ ਨੇ ਵੀ ਨੌਜਵਾਨਾਂ ਨੂੰ ਨਿਰਾਸ਼ ਅਤੇ ਬੇਚੈਨ ਕੀਤਾ ਹੈ, ਜਿਸ ਕਰਕੇ ਪੜ੍ਹੇ ਲਿਖੇ ਨੌਜਵਾਨਾਂ ਵਿੱਚ ਵੀ ਨਸ਼ਿਆਂ ਦਾ ਰੁਝਾਨ ਵਧਿਆ ਹੈ। ਜੇ ਇੱਕ ਜਣਾ ਕਿਸੇ ਤਰ੍ਹਾਂ ਨਸ਼ਿਆਂ ਦੀ ਗਿਰਫਤ ਵਿੱਚ ਆ ਜਾਂਦਾ ਹੈ ਤਾਂ ਉਸ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਨਾਲਦਿਆਂ ਨੂੰ ਵੀ ਇਸ ਪਾਸੇ ਲਾਵੇ। ਇਸ ਤਰ੍ਹਾਂ ਵੀ ਇਹ ਰੁਝਾਨ ਵੱਧ ਫੁੱਲ ਰਿਹਾ ਹੈ। ਪ੍ਰਸ਼ਾਸਨ ਅਤੇ ਸੱਤਾ ਤੇ ਕਾਬਜ਼ ਲੋਕ ਵੀ ਇਸ ਲਈ ਜ਼ਿੰਮੇਵਾਰ ਹਨ। ਚੋਣਾਂ ਵਿੱਚ ਧਾਰਮਿਕ ਕਹੀ ਜਾਣ ਵਾਲੀ ਲੀਡਰਸ਼ਿਪ ਵੱਲੋਂ ਵੀ ਖੁੱਲ੍ਹ ਕੇ ਨਸ਼ੇ ਵਰਤਾਏ ਜਾਂਦੇ ਹਨ। ਵੈਸੇ ਵੀ ਲੋਕ ਜਿੰਨੇ ਨਸ਼ਿਆਂ ਵਿੱਚ ਡੁੱਬਣਗੇ, ਉਨਾ ਹੀ ਉਹ ਲੀਡਰਾਂ ਦੀਆਂ ਖਾਮੀਆਂ ਵੱਲ ਘੱਟ ਧਿਆਨ ਦੇਣਗੇ। ਇੱਕ ਪਾਸੇ ਥਾਂ ਸ਼ਰਾਬ ਦੇ ਠੇਕੇ ਖੋਲ੍ਹ ਰੱਖੇ ਹਨ ਤੇ ਦੂਸਰੇ ਪਾਸੇ ਨਸ਼ਿਆਂ ਦੀ ਤਸਕਰੀ ਕਰਨ ਵਾਲਿਆਂ ਨੂੰ ਅਤੇ ਵੇਚਣ ਵਾਲਿਆਂ ਨੂੰ ਇੱਕ ਜਾਂ ਦੂਸਰੀ ਤਰ੍ਹਾਂ ਨਾਲ ਪ੍ਰਸ਼ਾਸਨ ਅਤੇ ਸੱਤਾ ਤੇ ਕਾਬਜ਼ ਲੋਕਾਂ ਦੀ ਸਰਪ੍ਰਸਤੀ ਪ੍ਰਾਪਤ ਹੁੰਦੀ ਹੈ। ਬਹੁਤੀ ਵਾਰ ਤਾਂ ਇਹ ਧੰਦਾ ਕਰਨ ਵਾਲੇ ਰਾਜਨੀਤਿਕ ਆਗੂਆਂ ਦੇ ਆਪਣੇ ਪੁੱਤਰ ਜਾਂ ਨੇੜੇ ਦੇ ਰਿਸ਼ਤੇਦਾਰ ਹੁੰਦੇ ਹਨ। ਇਹਨਾਂ ਨੂੰ ਪੁਲਿਸ ਦੀ ਸਰਪ੍ਰਸਤੀ ਆਪਣੇ ਆਪ ਹੀ ਪ੍ਰਾਪਤ ਹੋ ਜਾਂਦੀ ਹੈ। ਸਮਾਜਿਕ ਸੱਭਿਆਚਾਰਕ ਰੁਝਾਨ ਅਤੇ ਗਾਇਕ। ਅੰਕੜਿਆਂ ਮੁਤਾਬਕ ਇਸ ਵੇਲੇ ਹਿੰਦੁਸਤਾਨ ਵਿੱਚ ਸ਼ਰਾਬ ਦੀ ਸਭ ਤੋਂ ਵੱਧ ਖਪਤ ਪੰਜਾਬ ਵਿੱਚ ਹੋ ਰਹੀ ਹੈ। ਸ਼ਰਾਬ ਨੂੰ ਅਸੀਂ ਆਪਣੇ ਸੱਭਿਆਚਾਰ ਤੇ ਪ੍ਰਾਹੁਣਚਾਰੀ ਦਾ ਹਿੱਸਾ ਬਣਾ ਲਿਆ ਹੈ। ਇੱਥੋਂ ਤੱਕ ਕਿ ਯੂਨੀਵਰਸਿਟੀ ਵਰਗੇ ਉੱਚ ਵਿਦਿਅਕ ਅਦਾਰਿਆਂ ਵਿੱਚ ਵੀ ਇਸ ਨੂੰ ਸੈਮੀਨਾਰਾਂ ਤੇ ਕਾਨਫਰੰਸਾਂ ਵਿੱਚ ਵਰਤਾਇਆ ਜਾਣ ਲੱਗਿਆ ਹੈ। ਵਿਆਹ ਸ਼ਾਦੀਆਂ ਦਾ ਇਹ ਜ਼ਰੂਰੀ ਅੰਗ ਬਣ ਗਈ ਹੈ। ਰਹਿੰਦੀ ਕਸਰ ਸਾਡੇ ਗੀਤ ਲਿਖਣ ਵਾਲੇ ਤੇ ਗਾਉਣ ਵਾਲੇ ਪੂਰੀ ਕਰ ਰਹੇ ਹਨ। ਸਾਡੇ ਕੋਲ ਗੁਰਮਤਿ ਸੰਗੀਤ ਦੀ ਬਹੁਤ ਮਹਾਨ ਪਰੰਪਰਾ ਹੈ, ਪਰ ਮਾਂ ਬੋਲੀ ਦੇ ਗਾਉਣ ਵਾਲਿਆਂ ਨੂੰ ਸੁਣ ਕੇ ਇਉਂ ਲੱਗਦਾ ਹੈ ਜਿਵੇਂ ਪੰਜਾਬੀ ਗਾਇਕੀ ਵਿੱਚੋਂ ਸੂਖਮਤਾ ਤੇ ਨੈਤਿਕਤਾ ਉੱਕਾ ਹੀ ਅਲੋਪ ਹੋ ਗਈ ਹੋਵੇ। ਕੋਈ ਵਿਰਲਾ ਗੀਤਕਾਰ, ਸੰਗੀਤਕਾਰ ਜਾਂ ਗਾਇਕ ਹੋਵੇਗਾ ਜਿਸ ਨੇ ਆਪਣੇ ਗੀਤ ਦੇ ਬੋਲਾਂ ਵਿੱਚ ਸ਼ਰਾਬ ਦੀ ਜਾਂ ਪੈਗ ਦੀ ਗੱਲ ਨਾ ਕੀਤੀ ਹੋਵੇ। ਇਹ ਨੌਜਵਾਨਾਂ ਦੀ ਲੁੱਟ ਖਸੁੱਟ ਤੇ ਉਹਨਾਂ ਨੂੰ ਕੁਰਾਹੇ ਪਾਉਣ ਦਾ ਇੱਕ ਹੋਰ ਹਥਿਆਰ ਮਿਲਿਆ ਹੈ। ਗੁਰੂ ਨੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਇੱਕ ਸ਼ਾਨਦਾਰ ਸ਼ਬਦ ਮਾਡਲ ਦਿੱਤਾ ਹੈ, ਜੋ ਕਿ ਸਰਬ ਸਮਿਆਂ ਵਿੱਚ ਸਰਬ ਸਥਾਨਾਂ 'ਤੇ ਸਾਡੀ ਅਗਵਾਈ ਕਰਨ ਦੀ ਸਮਰੱਥਾ ਰੱਖਦਾ ਹੈ। ਜਿਵੇਂ ਬਾਬਾ ਹੋਰ ਖਾਣਾ ਖੁਸ਼ੀ ਕੁਆਰ, ਜਿਤ ਖਾਧੈ ਤਨ ਪੀੜੀਐ, ਮਨ ਮੈਂ ਚੱਲੈ ਵਿਕਾਰ। ਇਹ ਸਮਾਂ ਹੈ ਕਿ ਸਾਨੂੰ ਇੱਕ ਕੌਮ ਦੇ ਤੌਰ 'ਤੇ ਹਾਲਾਤ ਪ੍ਰਤੀ ਜਾਗਣਾ ਚਾਹੀਦਾ ਹੈ ਤਾਂ ਕਿ ਪੋਲੀਟੀਸ਼ੀਅਨ ਸਾਨੂੰ ਅਗਵਾ ਨਾ ਕਰ ਸਕੇ, ਜਿਸ ਦਾ ਸਿੱਖ ਨਾਲ ਇੱਕ ਕੌਮ ਦੇ ਤੌਰ 'ਤੇ ਕੋਈ ਸਰੋਕਾਰ ਨਹੀਂ ਹੈ। ਉਸ ਦਾ ਸਰੋਕਾਰ ਸ਼ਕਤੀ ਦੀ ਰਾਜਨੀਤੀ ਨਾਲ ਹੈ, ਜਿਸ ਲਈ ਉਹ ਧਰਮ ਅਤੇ ਗੁਰੂ ਦੀ ਗੋਲਕ ਦੋਹਾਂ ਦੀ ਦੁਰਵਰਤੋਂ ਕਰ ਰਿਹਾ ਹੈ। ਗੁਰੂ ਦੀ ਗੋਲਕ ਗੁਰੂ ਦੇ ਮਿਸ਼ਨ ਲਈ ਹੀ ਵਰਤੀ ਜਾਣੀ ਚਾਹੀਦੀ ਹੈ। ਬੁੱਧੀਜੀਵੀ, ਪ੍ਰਚਾਰਕ, ਸਮਾਜ ਸੇਵੀ ਸੰਸਥਾਵਾਂ, ਸ਼੍ਰੋਮਣੀ ਕਮੇਟੀ, ਗੁਰਦੁਆਰਾ ਸੰਸਥਾ ਰਾਹੀਂ ਬਹੁਤ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਸਾਨੂੰ ਇਸ ਤੱਥ ਪ੍ਰਤੀ ਚੇਤੰਨ ਹੋਣਾ ਚਾਹੀਦਾ ਹੈ ਕਿ ਸਾਡੇ ਵਿਦਿਅਕ ਅਦਾਰੇ ਇਸ ਕਿਸਮ ਦੇ ਹੋਣ, ਜਿਹੜੇ ਆਧੁਨਿਕ ਗਲੋਬਲ ਜ਼ਰੂਰਤਾਂ ਮੁਤਾਬਕ ਵਿੱਦਿਆ ਦੇਣ ਦੇ ਨਾਲ ਨਾਲ ਬੱਚਿਆਂ ਨੂੰ ਰੁਜ਼ਗਾਰ ਦੇ ਯੋਗ ਬਣਾ ਸਕਣ ਅਤੇ ਉਹਨਾਂ ਨੂੰ ਸਿੱਖ ਧਰਮ ਪ੍ਰਤੀ ਵੀ ਸੁਸਿੱਖਿਅਤ ਕਰ ਸਕਣ। ਸਾਡਾ ਆਪਣਾ ਆਧੁਨਿਕ ਸੰਚਾਰ ਮੀਡੀਆ ਹੋਵੇ, ਜਿਹੜਾ ਸਿੱਖ ਸੱਭਿਆਚਾਰ ਅਤੇ ਸਿੱਖ ਇਤਿਹਾਸ ਦੀ ਜਾਣਕਾਰੀ ਨੌਜਵਾਨਾਂ ਨੂੰ ਦੇਵੇ, ਤਾਂ ਕਿ ਉਹ ਆਪਣੇ ਧਰਮ ਅਤੇ ਸੱਭਿਆਚਾਰ ਪ੍ਰਤੀ ਮਾਣ ਮਹਿਸੂਸ ਕਰ ਸਕਣ। ਸਾਨੂੰ ਮਾਪੇ, ਅਧਿਆਪਕ, ਧਾਰਮਿਕ ਨੇਤਾ ਵਜੋਂ ਉਦਾਹਰਨ ਬਣਨਾ ਚਾਹੀਦਾ ਹੈ ਤਾਂ ਕਿ ਅਸੀਂ ਆਪਣੇ ਬੱਚਿਆਂ ਦੀ ਸਹੀ ਅਗਵਾਈ ਕਰ ਸਕੀਏ। ਸਭ ਤੋਂ ਜ਼ਰੂਰੀ ਅਤੇ ਮਹੱਤਵਪੂਰਨ ਗੱਲ ਇਹ ਹੈ ਕਿ ਕੌਮ ਦਾ ਪੈਸਾ ਕੌਮ ਦੇ ਵਿਕਾਸ ਲਈ, ਕੌਮ ਦੇ ਭਲੇ ਲਈ ਖਰਚ ਹੋਣਾ ਚਾਹੀਦਾ ਹੈ, ਨਾ ਕਿ ਉਸ ਦੀ ਦੁਰਵਰਤੋਂ ਚੋਣ ਫੰਡਾਂ ਦੇ ਰੂਪ ਵਿੱਚ ਹੋਣੀ ਚਾਹੀਦੀ ਹੈ। ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਸ ਦਾ ਕਰੋੜਾਂ ਦਾ ਬਜਟ ਹੈ, ਪੰਜਾਬ ਦੀ ਨੌਜਵਾਨ ਪੀੜ੍ਹੀ ਲਈ ਰੁਜ਼ਗਾਰ ਪੈਦਾ ਕਰਨ ਵਾਲੇ ਪਾਸੇ ਕਿਉਂ ਨਹੀਂ ਧਨ ਦੀ ਵਰਤੋਂ ਕਰ ਸਕਦੀ? ਇਹ ਪੈਸਾ ਲੋਕ ਭਲਾਈ ਲਈ ਕਿਉਂ ਨਹੀਂ ਵਰਤਿਆ ਜਾ ਸਕਦਾ? ਇੱਕ ਗੱਲ ਹੋਰ, ਸੇਵਾ ਸਿਰਫ ਲੰਗਰ ਛਕਾਉਣ ਵਿੱਚ ਹੀ ਨਹੀਂ ਹੈ। ਅਸਲੀ ਸੇਵਾ ਤਾਂ ਗੁਰੂ ਦੀ ਲਾਈ ਫੁਲਵਾੜੀ ਨੂੰ, ਸਿੱਖੀ ਨੂੰ, ਨੌਜਵਾਨ ਪੀੜ੍ਹੀ ਨੂੰ ਬਚਾਉਣ ਵਿੱਚ ਹੈ। ਨੇਤਾ ਲਈ ਤਾਂ ਸਿੱਖ ਮਹਿਜ਼ ਇੱਕ ਵੋਟਰ ਹੈ, ਜਿਸ ਨੂੰ ਪੰਥ ਖਤਰੇ ਵਿੱਚ ਹੈ ਦਾ ਨਾਅਰਾ ਦੇ ਕੇ ਉਸ ਤੋਂ ਵੋਟ ਲੈਣੀ ਹੈ। ਪੰਥ ਨੂੰ ਖਤਰਾ ਬਾਹਰਲਿਆਂ ਤੋਂ ਨਹੀਂ, ਇਹਨਾਂ ਅੰਦਰਲੇ ਲੀਡਰਾਂ ਤੋਂ ਹੈ। ਇਹ ਸਭ ਕੁਝ ਸੰਗਤੀ ਰੂਪ ਵਿੱਚ ਇਕੱਠੇ ਹੋ ਕੇ ਉਪਰਾਲਾ ਕਰਨ ਨਾਲ ਹੀ ਹੋ ਸਕਦਾ ਹੈ। ਸੰਗਤ ਵਿੱਚ ਬਹੁਤ ਸ਼ਕਤੀ ਹੈ। ਗੁਰੂ ਮਹਾਰਾਜ ਨੇ ਗੁਰੂ ਨੂੰ 20 ਵਿਸਵੇ ਅਤੇ ਸੰਗਤ ਨੂੰ 21 ਵਿਸਵੇ ਕਿਹਾ ਹੈ, ਕਿਉਂਕਿ ਸੰਗਤ ਵਿੱਚ ਗੁਰੂ ਆਪ ਵਸਦਾ ਹੈ। 2 ਸਾਲ ਪਹਿਲਾਂ ਮੋਰਿੰਡੇ ਨੇੜੇ ਪਿੰਡ ਲਠੇੜੀ ਦੀਆਂ ਬੀਬੀਆਂ ਨੇ ਇਕੱਠੀਆਂ ਹੋ ਕੇ ਸ਼ਰਾਬ ਦਾ ਠੇਕਾ ਪਿੰਡ ਦੇ ਨੇੜਿਓਂ ਚੁਕਵਾਇਆ ਅਤੇ ਨਸ਼ੇ ਵੇਚਣ ਦੀ ਦੁਕਾਨ ਬੰਦ ਕਰਵਾਈ। ਅਸੀਂ ਸੰਗਤੀ ਰੂਪ ਵਿੱਚ ਹਰ ਤਰ੍ਹਾਂ ਦੀ ਤਬਦੀਲੀ ਲਿਆਉਣ ਦੇ ਸਮਰੱਥ ਹੋ ਸਕਦੇ ਹਾਂ ਜੇ ਅਸੀਂ ਸਮਰੱਥ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈ ਕੇ ਇਮਾਨਦਾਰੀ ਨਾਲ ਉਪਰਾਲਾ ਕਰੀਏ।
ਸਿੱਖ ਬੀਬੀਆਂ ਜੇ ਇਸ ਦਿਸ਼ਾ ਵਿੱਚ ਉਪਰਾਲਾ ਕਰਨ ਤਾਂ ਬਹੁਤ ਸਾਰਥਕ ਭੂਮਿਕਾ ਨਿਭਾ ਸਕਦੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭੈਣ ਜੀ ਗੁਰਨਾਮ ਕੌਰ, ਜਿਨ੍ਹਾਂ ਨੇ ਬਹੁਤ ਹੀ ਵਿਸਤਾਰਪੂਰਵਕ ਨਾਲ ਸ਼੍ਰੋਮਣੀ ਪ੍ਰਬੰਧਕ ਕਮੇਟੀ, ਜੋ ਕਿ ਸਾਡੀ ਸਿੱਖਾਂ ਦੀ